Good afternoon, students. Class 8th, subject SST. Today we are going to do remaining part of chapter 12th, Rural Life and Society. The effects of commercialization of agriculture, खेती ਦੇ ਵਪਾਰੀਕਰਨ ਦੇ ਪ੍ਰਭਾਵ, benefits. It was because of commercialization of agriculture, many new types of crops were grown and ਪ੍ਰੋਡਕਸ਼ਨ ਇਨਕਰੀਜ਼ਡ। ਖੇਤੀ ਦੇ ਵਪਾਰੀਕਰਨ ਦੇ ਕਾਰਨ ਹੀ ਕਈ ਨਵੀਂ ਕਿਸਮ ਦੀਆਂ ਫਸਲਾਂ ਉਗਾਈਆਂ ਜਾ ਸਕੀਆਂ ਅਤੇ ਪੈਦਾਵਾਰ ਵਿੱਚ ਵਾਧਾ ਹੋਇਆ। ਐਜ਼ ਏ ਰਿਜ਼ਲਟ ਦ ਮੀਨਸ ਆਫ ਟਰਾਂਸਪੋਰਟੇਸ਼ਨ ਡਿਵੈਲਪਡ। ਸਿੱਟੇ ਵਜੋਂ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ। ਦੇਅਰਫੋਰ ਦ ਫਾਰਮਰਸ ਈਜ਼ੀਲੀ ਰੀਚਡ ਇਨ ਦ ਮਾਰਕੀਟ। ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਆਸਾਨੀ ਨਾਲ ਪਹੁੰਚ ਸਕਦੇ ਸਨ। ਦੇ ਕੁਡ ਬਾਈ ਕਲੋਥਸ ਐਂਡ ਅਦਰ ਨੈਸੈਸਰੀ ਥਿੰਗਸ ਫਰੋਮ ਸਿਟੀ ਮਾਰਕੀਟ ਔਨ ਚੀਪ ਰੇਟਸ। ਉਹ ਸ਼ਹਿਰਾਂ ਤੋਂ ਕੱਪੜੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਸਸਤੇ ਮੁੱਲ 'ਤੇ ਖਰੀਦ ਕੇ ਲਿਆ ਸਕਦੇ ਸਨ। ਦ ਵਿਜ਼ਨ ਆਫ ਦ ਫਾਰਮਰਸ ਗੋਟ ਬਰੋਡਨ ਬਾਈ ਦੇਅਰ ਕੰਟੈਕਟ ਵਿਦ ਦ ਸਿਟੀਜ਼। ਕਿਸਾਨਾਂ ਦਾ ਸ਼ਹਿਰਾਂ ਨਾਲ ਸੰਪਰਕ ਹੋ ਜਾਣ ਕਾਰਨ ਉਹਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਐਜ਼ ਏ ਰਿਜ਼ਲਟ ਗ੍ਰੈਜੂਅਲੀ ਨੈਸ਼ਨਲ ਕੌਨਸ਼ੀਅਸਨੈਸ ਸਟਾਰਟਡ ਅਰਾਈਜ਼ਿੰਗ। ਸਿੱਟੇ ਵਜੋਂ ਕਿਸਾਨਾਂ ਵਿੱਚ ਹੌਲੀ ਹੌਲੀ ਰਾਸ਼ਟਰੀ ਜਾਗਰਤੀ ਉਤਪੰਨ ਹੋਣੀ ਸ਼ੁਰੂ ਹੋ ਗਈ। ਲੌਸਿਸ, ਹਾਨੀਆਂ। If the farmers were benefited by the commercialization of agriculture, on the other hand, there were losses also. The farmers used to cultivate through traditional means, but in the market they had to compete with the America, Australia and European crops, which were grown through machines. That is why the farmers could not be benefited more. Besides this, the farmers had to sell their crops in market through moneylenders who used to take the maximum profit, and the farmers were not given full value of their crops. ਕਿਸਾਨਾਂ ਨੂੰ ਜਿੱਥੇ ਖੇਤੀ ਦੇ ਵਪਾਰੀਕਰਨ ਦੇ ਲਾਭ ਹੋਏ ਉੱਥੇ ਇਸ ਦੀਆਂ ਹਾਨੀਆਂ ਵੀ ਹੋਈਆਂ। ਕਿਸਾਨ ਪੁਰਾਣੇ ਢੰਗਾਂ ਨਾਲ ਖੇਤੀ ਕਰਦੇ ਸਨ ਅਤੇ ਮੰਡੀਆਂ ਵਿੱਚ ਉਹਨਾਂ ਦੀਆਂ ਫਸਲਾਂ ਦਾ ਮੁਕਾਬਲਾ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਆਦਿ ਦੀਆਂ ਫਸਲਾਂ ਨਾਲ ਹੁੰਦਾ ਸੀ ਜੋ ਕਿ ਮਸ਼ੀਨਾਂ ਨਾਲ ਉਗਾਈਆਂ ਜਾਂਦੀਆਂ ਸਨ। ਇਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਲਾਭ ਨਹੀਂ ਹੋ ਸਕਦਾ ਸੀ। ਇਸ ਦੇ ਇਲਾਵਾ ਕਿਸਾਨ ਨੂੰ ਆਪਣੀ ਫਸਲ ਮੰਡੀ ਵਿੱਚ ਆੜ੍ਹਤੀਏ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ, ਜਿਹੜਾ ਕਿ ਜ਼ਿਆਦਾ ਮੁਨਾਫਾ ਆਪ ਲੈ ਜਾਂਦਾ ਸੀ ਅਤੇ ਕਿਸਾਨਾਂ ਨੂੰ ਉਸ ਦੀ ਫਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ ਸੀ। ਰਿਵੋਲਟ ਬਾਈ ਦ ਫਾਰਮਰਸ। ਕਿਸਾਨਾਂ ਦੁਆਰਾ ਵਿਦਰੋਹ। The Britishers implemented different land revenue policies in the conquered areas, according to which the farmers had to pay more land revenue, so they were creditors to the moneylenders. ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਵੱਖ-ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ, ਜਿਨ੍ਹਾਂ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ। ਇਸ ਕਰਕੇ ਉਹ ਸ਼ਾਹੂਕਾਰਾਂ ਦੇ ਕਰਜ਼ਾਈ ਹੋ ਜਾਂਦੇ ਸਨ। According to permanent settlement, Britishers introduced the new sale law. ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਨਵਾਂ ਵਿਕਰੀ ਕਾਨੂੰਨ ਲਾਗੂ ਕੀਤਾ। The ਜ਼ਿਮੀਦਾਰਸ who were not depositing land revenue in the government treasury by 31st March, his land was sold to the other ਜ਼ਿਮੀਦਾਰ। ਜਿਹੜਾ ਜ਼ਿਮੀਦਾਰ ਹਰੇਕ ਸਾਲ 31 ਮਾਰਚ ਤੱਕ ਭੂਮੀ ਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਉਂਦਾ ਸੀ, ਉਸ ਦੀ ਭੂਮੀ ਕਿਸੇ ਹੋਰ ਜ਼ਿਮੀਦਾਰ ਨੂੰ ਵੇਚ ਦਿੱਤੀ ਜਾਂਦੀ ਸੀ। Besides this, the Britishers confiscated many lands and again imposed land tax on those lands which were given to the ਜ਼ਿਮੀਦਾਰਸ by the emperor as a grant. ਇਸ ਦੇ ਇਲਾਵਾ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਨੂੰ ਜ਼ਬਤ ਕਰ ਲਿਆ। ਉਹਨਾਂ ਨੇ ਕਰ ਮੁਕਤ ਜ਼ਮੀਨਾਂ 'ਤੇ ਜਿਹੜੀਆਂ ਕਿ ਬਾਦਸ਼ਾਹ ਵੱਲੋਂ ਰਾਜ ਦੇ ਜ਼ਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਸਨ, ਉਹਨਾਂ 'ਤੇ ਮੁੜ ਕਰ ਲਗਾ ਦਿੱਤਾ। ਦ ਲੈਂਡ ਟੈਕਸ ਵਾਜ਼ ਇਨਕਰੀਜ਼ਡ ਦੈਨ ਬਿਫੋਰ। ਲਗਾਨ ਦੀ ਦਰ ਵੀ ਪਹਿਲਾਂ ਨਾਲੋਂ ਵਧਾ ਦਿੱਤੀ ਗਈ। ਦ ਗਵਰਨਮੈਂਟ ਵਾਜ਼ ਕੁਆਇਟ ਸਟ੍ਰਿਕਟ ਵਾਈਲ ਕਲੈਕਟਿੰਗ ਲੈਂਡ ਰੈਵਨਿਊ। ਸਰਕਾਰ ਲਗਾਨ ਇਕੱਠਾ ਕਰਨ ਸਮੇਂ ਬੜੀ ਸਖਤੀ ਕਰਦੀ ਸੀ। ਬਿਕੋਜ਼ ਆਫ ਦਿਸ ਦ ਕੰਡੀਸ਼ਨ ਆਫ ਦ ਫਾਰਮਰਸ ਗੋਟ ਡੈਟਰੀਓਰੇਟਡ। ਇਸ ਕਾਰਨ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਐਜ਼ ਏ ਰਿਜ਼ਲਟ ਦੇ ਸਟਾਰਟਡ ਰਿਵੋਲਟ ਅਗੇਂਸਟ ਬ੍ਰਿਟਿਸ਼ਰਸ। ਸਿੱਟੇ ਵਜੋਂ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ।
This type of revolt occurred in Bengal. In this revolt, the farmers, sannyasi and fakir jointly participated. ਇਸ ਤਰ੍ਹਾਂ ਦਾ ਵਿਦਰੋਹ ਬੰਗਾਲ ਵਿੱਚ ਹੋਇਆ। ਇਸ ਵਿਦਰੋਹ ਦੇ ਵਿੱਚ ਕਿਸਾਨਾਂ, ਸੰਨਿਆਸੀਆਂ ਅਤੇ ਫਕੀਰਾਂ ਨੇ ਸਾਂਝੇ ਰੂਪ ਵਿੱਚ ਹਿੱਸਾ ਲਿਆ। It took the Britishers 30 years to put an end to this revolt. ਅੰਗਰੇਜ਼ਾਂ ਨੂੰ ਇਸ ਵਿਦਰੋਹ ਨੂੰ ਦਬਾਉਣ ਲਈ 30 ਸਾਲ ਦਾ ਸਮਾਂ ਲੱਗ ਗਿਆ। In 1822 AD, the leader of the Ramosi revolt against increased land revenue in Chittor, Satara and Surat. 1822 ਈਸਵੀ ਵਿੱਚ ਰਾਮੋਸੀ ਲੀਡਰ ਨੇ ਸਰਕਾਰ ਦੁਆਰਾ ਵਧਾਏ ਗਏ ਭੂਮੀ ਲਗਾਨ ਦੇ ਵਿਰੁੱਧ ਵਿੱਚ ਚਿਤੌੜ, ਸਤਾਰਾ ਅਤੇ ਸੂਰਤ ਵਿੱਚ ਵਿਦਰੋਹ ਕੀਤਾ ਗਿਆ। which in 1825 AD by force and diplomacy the government suppressed, ਜਿਸ ਨੂੰ 1825 ਈਸਵੀ ਵਿੱਚ ਆਪਣੀ ਸ਼ਕਤੀ ਅਤੇ ਕੂਟਨੀਤੀ ਨਾਲ ਸਰਕਾਰ ਵੱਲੋਂ ਦਬਾ ਦਿੱਤਾ ਗਿਆ। In 1829 AD, the farmers of the Sandobe district revolted against Britishers. 1829 ਈਸਵੀ ਵਿੱਚ ਸੈਂਡੋਬੇ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। In 1835 AD, under the leadership of Dhananjay in Ganjam district revolted. 1835 ਈਸਵੀ ਵਿੱਚ ਧਨੰਜੇ ਦੀ ਅਗਵਾਈ ਹੇਠ ਗੰਜਮ ਡਿਸਟ੍ਰਿਕਟ ਦੇ ਵਿੱਚ ਰਿਵੋਲਟ ਹੋਇਆ। which continued till Feb 1837 AD, ਜਿਹੜਾ ਕਿ 1837 ਈਸਵੀ ਤੱਕ ਚੱਲਦਾ ਰਿਹਾ। In 1842 AD, under the leadership of Bundela Zimidar Madhukar, a farmer revolt occurred in Sagar. 1842 ਈਸਵੀ ਵਿੱਚ ਸਾਗਰ ਵਿਖੇ ਬੁੰਦੇਲਾ ਜ਼ਿਮੀਦਾਰ ਦੀ ਅਗਵਾਈ ਹੇਠ ਇੱਕ ਮਧੂਕਰ ਕਿਸਾਨ ਵਿਦਰੋਹ ਹੋਇਆ। In 1849 AD, in different parts of Punjab like Patiala and Rawalpindi, farmers revolted. 1849 ਈਸਵੀ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਵੇਂ ਕਿ ਪਟਿਆਲਾ ਅਤੇ ਰਾਵਲਪਿੰਡੀ ਵਿੱਚ ਕਿਸਾਨ ਵਿਦਰੋਹ ਹੋਏ। ਇੰਡੀਗੋ ਰਿਵੋਲਟ, ਨੀਲ ਵਿਦਰੋਹ। The indigo cultivators also revolted against the increased tax on indigo. ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਨੀਲ ਉਤਪਾਦਨ ਤੇ ਵੱਧ ਲਗਾਨ ਲਗਾਉਣ ਵਿਰੁੱਧ ਵਿਦਰੋਹ ਕੀਤੇ। In 1858 AD and 1860 AD, the revolt spread in large parts of Bengal and Bihar. 1858 ਈਸਵੀ ਤੋਂ 1860 ਈਸਵੀ ਤੱਕ ਬੰਗਾਲ ਅਤੇ ਬਿਹਾਰ ਦੇ ਬਹੁਤ ਵੱਡੇ ਇਲਾਕੇ ਵਿੱਚ ਇਹ ਵਿਦਰੋਹ ਫੈਲ ਗਿਆ ਸੀ। The Britishers forced the cultivators to grow indigo. ਅੰਗਰੇਜ਼ ਕਾਸ਼ਤਕਾਰਾਂ ਨੂੰ ਨੀਲ ਦੀ ਖੇਤੀ ਕਰਨ ਲਈ ਫੋਰਸ ਕਰਦੇ ਸਨ। By giving them warnings, ਉਹਨਾਂ ਨੂੰ ਧਮਕੀਆਂ ਦੇ ਕੇ। But the cultivators refused to do so. ਪਰ ਕਾਸ਼ਤਕਾਰਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। But when they were forced, ਪਰ ਜਦੋਂ ਉਹਨਾਂ ਨੂੰ ਮਜਬੂਰ ਕੀਤਾ ਗਿਆ, cultivators started attacking and looting factories of the British planters. ਤਾਂ ਉਹਨਾਂ ਨੇ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਲੁੱਟ-ਮਾਰ ਕੀਤੀ। All the efforts to control the cultivators failed. ਕਾਸ਼ਤਕਾਰਾਂ ਨੂੰ ਰੋਕਣ ਦੇ ਸਾਰੇ ਯਤਨ ਅਸਫਲ ਰਹੇ। In 1866 to 68 AD, a revolt in Champaran occurred. 1866 ਈਸਵੀ ਵਿੱਚ ਨੀਲ ਦੀ ਖੇਤੀ ਵਿਰੁੱਧ ਚੰਪਾਰਨ ਵਿੱਚ ਵਿਦਰੋਹ ਹੋਇਆ। This indigo revolt continued till when in the early 20th century, Mohandas Karamchand Gandhi extended his support in favor of indigo cultivators. ਇਹ ਉਦੋਂ ਤੱਕ ਜਾਰੀ ਰਿਹਾ ਜਦੋਂ 20ਵੀਂ ਸਦੀ ਦੇ ਆਰੰਭ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਨੀਲ ਕਿਸਾਨਾਂ ਦੇ ਪੱਖ ਵਿੱਚ ਸਮਰਥਨ ਦਿੱਤਾ। ਥੈਂਕ ਯੂ।